ਗੁੱਡ ਮਾਰਨਿੰਗ ਲਵਲੀ ਪੀਪਲਸ। ਸੋ ਵੈਲਕਮ ਆ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ। ਅੱਜ ਅਸੀਂ ਸ਼ਿਮਲਾ ਤੋਂ ਮਨੀਕਰਨ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ ਹੈ। ਸ਼ਿਮਲਾ ਤੋਂ ਮਨੀਕਰਨ ਸਾਹਿਬ ਜਾਣ ਵਾਸਤੇ ਕਈ ਨਵੇਂ ਰਸਤੇ ਨਿਕਲਦੇ ਹਨ, ਪਰ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਜਲੋਰੀ ਪਾਸ ਵਾਲੇ ਰਸਤੇ ਰਾਹੀਂ, ਜੋ ਕਿ ਬਹੁਤ ਹੀ ਘੱਟ ਐਕਸਪਲੋਰ ਕੀਤਾ ਹੋਇਆ ਰਸਤਾ ਹੈ। ਅਨਐਕਸਪਲੋਰ ਉਹ ਰਸਤਾ ਹੈ। ਅਸੀਂ ਉਸ ਰਸਤੇ ਰਾਹੀਂ ਤੁਹਾਨੂੰ ਲੈ ਕੇ ਚੱਲਾਂਗੇ। ਤੇ ਚਲੋ ਅੱਜ ਦਾ ਸਫ਼ਰ ਸ਼ੁਰੂ ਕਰਦੇ ਹਾਂ। ਇਹ ਜੋ ਰਸਤਾ ਤੁਸੀਂ ਦੇਖ ਰਹੇ ਹੋ, ਇਹ ਜਾਖੂ ਟੈਂਪਲ ਤੋਂ ਹੇਠਾਂ ਵੱਲ ਨੂੰ ਉਤਰਾਈ ਵਿੱਚ ਆ ਰਿਹਾ ਹੈ। ਇਸ ਰਸਤੇ ਦਾ ਸਟਾਰਟਿੰਗ ਪੁਆਇੰਟ ਸ਼ਿਮਲੇ ਦੇ ਬਿਲਕੁਲ ਹੀ ਨਾਲ ਸਟੇ ਹੋਏ ਇੱਕ ਛੋਟੇ ਜਿਹੇ ਸੋਹਣੇ ਜਿਹੇ ਸ਼ਹਿਰ ਸੰਜੌਲੀ ਤੋਂ ਸ਼ੁਰੂ ਹੁੰਦਾ ਹੈ। ਇਸ ਦਾ ਸਟਾਰਟਿੰਗ ਪੁਆਇੰਟ ਸੰਜੌਲੀ ਤੋਂ ਸ਼ੁਰੂ ਹੁੰਦਾ ਹੈ ਅਤੇ ਜਾਖੂ ਟੈਂਪਲ ਤੱਕ ਤਕਰੀਬਨ 2-2.5 ਕਿਲੋਮੀਟਰ ਦਾ ਇਹ ਰਸਤਾ ਹੈ। ਪਰ ਸੱਚ ਜਾਣਿਓ, ਬਹੁਤ ਹੀ ਸੁਹਾਵਣਾ ਰਸਤਾ ਹੈ। ਇੱਥੇ ਹਰ ਵੇਲੇ ਹੀ ਇਹੋ ਜਿਹੀ ਧੁੰਦ ਬਣੀ ਰਹਿੰਦੀ ਹੈ। ਸਿਆਲਾਂ ਵਿੱਚ ਇੱਥੇ ਬਰਫ਼ਬਾਰੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਗਰਮੀਆਂ ਅਤੇ ਮੌਨਸੂਨ ਦਾ ਮੌਸਮ ਤਾਂ ਤੁਸੀਂ ਆਪਣੀਆਂ ਅੱਖਾਂ ਨਾਲ ਹੀ ਦੇਖ ਸਕਦੇ ਹੋ। ਇਹ ਜੋ ਛੋਟੀ ਜਿਹੀ ਟਨਲ ਤੁਸੀਂ ਦੇਖ ਰਹੇ ਹੋ, ਇਸ ਟਨਲ ਨੂੰ ਸੰਜੌਲੀ ਸ਼ਹਿਰ ਦੀ ਟਨਲ ਕਿਹਾ ਜਾਂਦਾ ਹੈ। ਇਸ ਟਨਲ ਤੋਂ ਬਾਹਰ ਨਿਕਲਦੇ ਸਾਰ ਹੀ ਅਸੀਂ ਰਾਈਟ ਮੁੜ ਕੇ ਸ਼ਿਮਲੇ ਦੇ ਬਾਹਰੋਂ ਬਾਹਰ ਵੀ ਚੰਡੀਗੜ੍ਹ ਨੂੰ ਜਾ ਸਕਦੇ ਹਾਂ। ਹੁਣ ਅਸੀਂ ਕੁਫਰੀ ਦੇ ਪਹਾੜਾਂ ਵਿੱਚ ਪਹੁੰਚ ਚੁੱਕੇ ਹਾਂ। ਇਹ ਜੋ ਧੁੰਦ ਤੁਸੀਂ ਦੇਖ ਰਹੇ ਹੋ, ਇਹ ਗ੍ਰੀਨ ਵੈਲੀ ਤੋਂ ਆ ਰਹੀ ਹੈ। ਇੱਥੇ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕੁਫਰੀ ਨੂੰ ਜਾਂਦਿਆਂ ਰਸਤੇ ਦੇ ਵਿੱਚ ਇੱਕ ਗ੍ਰੀਨ ਵੈਲੀ ਨਾਮ ਦਾ ਪਹਾੜ ਆਉਂਦਾ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਹਰੇ ਦਰਖਤਾਂ ਦੇ ਨਾਲ ਲੱਦਿਆ ਹੋਇਆ ਹੈ। ਪਰ ਧੁੰਦ ਬਹੁਤ ਜ਼ਿਆਦਾ ਹੋਣ ਦੇ ਕਾਰਨ ਅਸੀਂ ਉਹਨਾਂ ਪਹਾੜਾਂ ਨੂੰ ਦੇਖ ਨਹੀਂ ਪਾਏ। ਰਸਤੇ ਵਿੱਚ ਜਾਂਦੇ ਅਸੀਂ ਇਸ ਖੂਬਸੂਰਤ ਥਾਂ ਨੂੰ ਦੇਖ ਕੇ ਕੁਝ ਚਿਰ ਵਾਸਤੇ ਇੱਥੇ ਰੁਕ ਗਏ। ਇਹ ਥਾਂ ਬਹੁਤ ਹੀ ਖੂਬਸੂਰਤ ਹੈ। ਇੱਥੋਂ ਕੁਫਰੀ ਕੁਝ ਕਿਲੋਮੀਟਰ ਹੀ ਰਹਿ ਜਾਂਦਾ ਹੈ। ਅਗਰ ਇੱਥੇ ਧੁੰਦ ਨਾ ਪਈ ਹੋਵੇ ਤਾਂ ਸਿੱਧੇ ਮਨਾਲੀ ਦੇ ਪਹਾੜ ਇੱਥੋਂ ਦਿਸ ਜਾਂਦੇ ਹਨ। ਚਾਹ ਕੌਫੀ ਪੀਣ ਤੋਂ ਬਾਅਦ ਅਸੀਂ ਆਪਣੀ ਮੰਜ਼ਿਲ ਵੱਲ ਅੱਗੇ ਵੱਧ ਗਏ, ਕਿਉਂਕਿ ਟਾਈਮ ਕਾਫੀ ਹੀ ਹੋ ਰਿਹਾ ਸੀ ਅਤੇ ਸਾਨੂੰ ਅੱਜ ਲਗਭਗ 2-250 ਕਿਲੋਮੀਟਰ ਇਸ ਦਿਨ ਵਿੱਚ ਤੈਅ ਕਰਨਾ ਸੀ। ਇਸ ਕਰਕੇ ਅਸੀਂ ਅਗਲੀ ਮੰਜ਼ਿਲ ਵੱਲ ਚੱਲ ਪਏ। ਜਿਉਂ-ਜਿਉਂ ਅਸੀਂ ਅੱਗੇ ਵੱਧ ਰਹੇ ਸੀ, ਰਸਤੇ ਹੋਰ ਵੀ ਸੁਹਾਵਣੇ, ਮੌਸਮ ਹੋਰ ਵੀ ਠੰਡਾ ਅਤੇ ਸੁਹਾਵਣਾ ਹੋ ਰਿਹਾ ਸੀ। ਮਨਾਲੀ ਅਸੀਂ ਪਹਿਲਾਂ ਵੀ ਬਹੁਤ ਵਾਰ ਜਾ ਚੁੱਕੇ ਸੀ, ਪਰ ਇਹ ਰਸਤਾ ਸਾਡੇ ਵਾਸਤੇ ਬਿਲਕੁਲ ਨਵਾਂ ਰਸਤਾ ਸੀ। ਸਾਨੂੰ ਨਹੀਂ ਸੀ ਪਤਾ ਕਿ ਇਹ ਰਸਤਾ ਕਿਹੋ ਜਿਹਾ ਹੋਵੇਗਾ, ਪਰ ਸੱਚ ਜਾਣਿਓ, ਇਹ ਰਸਤਾ ਬਹੁਤ ਹੀ ਵਧੀਆ, ਬਹੁਤ ਹੀ ਨਜ਼ਾਰਿਆਂ ਨਾਲ ਭਰਿਆ ਹੋਇਆ ਸੀ। ਬਹੁਤ ਹੀ ਸੋਹਣੇ ਦ੍ਰਿਸ਼ ਇਸ ਰਸਤੇ ਦੇ ਉੱਪਰ ਅੱਗੇ ਵੀ ਆਉਣਗੇ ਤੇ ਆ ਵੀ ਰਹੇ ਸੀ। ਸ਼ਿਮਲਾ ਤੋਂ ਕਰੀਬ 44 ਕਿਲੋਮੀਟਰ ਦੀ ਰਾਈਡ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਖੂਬਸੂਰਤ ਸ਼ਹਿਰ ਮਟਿਆਣਾ ਦੇ ਵਿੱਚ। ਮਟਿਆਣਾ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਹੈ। ਇੱਥੋਂ ਦਾ ਵੈਦਰ ਇਹੋ ਜਿਹਾ ਹੈ ਕਿ ਇੱਥੇ ਸੇਬਾਂ ਦੇ ਹਰ ਪਾਸੇ ਹੀ ਬਾਗ ਮਿਲ ਜਾਣਗੇ। ਰੋਡ ਦੇ ਉੱਪਰ ਦੇਖ ਲਓ, ਲੋਕਾਂ ਦੇ ਘਰਾਂ ਦੇ ਵਿੱਚ ਦੇਖ ਲਓ, ਹਰ ਪਾਸੇ ਹੀ ਸੇਬਾਂ ਦੀ ਖੇਤੀ ਹੁੰਦੀ ਹੈ। ਸ਼ਿਮਲੇ ਨਾਲੋਂ ਵੀ ਕਿਤੇ ਜ਼ਿਆਦਾ ਸੇਬਾਂ ਦੀ ਖੇਤੀ ਹੈ। ਇਹ ਜੋ ਤੁਸੀਂ ਦੇਖ ਰਹੇ ਹੋ, ਇਹ ਸਭ ਸੇਬਾਂ ਦੇ ਬਾਗ ਹਨ।
ਇਹਨਾਂ ਨੂੰ ਮੌਸਮ ਦੇ ਕਹਿਰ ਤੋਂ ਬਚਾਉਣ ਵਾਸਤੇ ਇਹਨਾਂ ਦੇ ਉੱਪਰ ਤਰਪਾਲਾਂ ਵਗੈਰਾ ਪਾਈਆਂ ਹੋਈਆਂ ਹਨ। ਇਹ ਬਹੁਤ ਹੀ ਸੋਹਣਾ ਸ਼ਹਿਰ ਹੈ। ਇੱਥੋਂ ਦਾ ਵੈਦਰ ਹਮੇਸ਼ਾ ਇਹੋ ਜਿਹਾ ਬਣਿਆ ਰਹਿੰਦਾ ਹੈ। ਇੰਨਾ ਸੋਹਣਾ ਮੌਸਮ ਤੇ ਇੰਨਾ ਸੋਹਣਾ ਸ਼ਹਿਰ ਦੇਖ ਕੇ ਸਾਡਾ ਇੱਥੇ ਕੁਝ ਪਲ ਰੁਕਣ ਨੂੰ ਦਿਲ ਕੀਤਾ ਅਤੇ ਅਸੀਂ ਇੱਥੇ ਰੁਕ ਕੇ ਕੁਝ ਫੋਟੋ ਸ਼ੂਟ ਕੀਤੇ ਤੇ ਇੱਕ ਇਹ ਸੀਨਿਕ ਵਿਊ ਜੋ ਤੁਸੀਂ ਦੇਖ ਰਹੇ ਹੋ ਅਸੀਂ ਇੱਥੇ ਸ਼ੂਟ ਕੀਤਾ। ਅਸੀਂ ਦੋਵੇਂ ਬਾਈਕਰਸ ਹਮੇਸ਼ਾ ਹੀ ਇੱਕ ਦੂਸਰੇ ਦੇ ਟੱਚ ਵਿੱਚ ਰਹਿੰਦੇ ਸੀ। ਜੇ ਸਾਨੂੰ ਲੱਗਦਾ ਸੀ ਕਿ ਸਾਡਾ ਨਾਲ ਦਾ ਸਾਥੀ ਬਹੁਤ ਪਿੱਛੇ ਰਹਿ ਗਿਆ ਹੈ ਤਾਂ ਅਸੀਂ ਅੱਗੇ ਕਿਸੇ ਸੇਫ ਜਗ੍ਹਾ 'ਤੇ ਰੁਕ ਕੇ ਉਸ ਦੀ ਵੇਟ ਕਰਦੇ ਸੀ ਤੇ ਇਕੱਠੇ ਹੀ ਇੱਕ ਦੂਸਰੇ ਦੇ ਨਾਲ ਅੱਗੇ ਦੀ ਜਰਨੀ ਸ਼ੁਰੂ ਕਰਦੇ ਸੀ। ਨਾਰਕੰਡਾ ਲੰਘ ਕੇ ਅਸੀਂ ਸਹਿੰਜ ਨਾਮ ਦੇ ਇੱਕ ਛੋਟੇ ਜਿਹੇ ਟਾਊਨ ਤੋਂ ਲਿਫਟ ਵਾਲੇ ਪਾਸੇ ਨੂੰ ਮੁੜ ਗਏ। ਸਿੱਧਾ ਰਸਤਾ ਰਾਮਪੁਰ, ਪੁਰਸ਼ਾਰ, ਰਿਕਾਂਗਪਿਓ, ਕਾਜ਼ਾ, ਕਲਪਾ ਨੂੰ ਜਾਂਦਾ ਸੀ, ਪਰ ਅਸੀਂ ਜੀਬੀ ਵਾਲੇ ਰਸਤੇ ਨੂੰ ਮੁੜ ਗਏ ਜੋ ਕਿ ਜਲੋਰੀ ਟੌਪ ਤੋਂ ਬਾਅਦ ਆਉਂਦਾ ਹੈ। ਜਲੋਰੀ ਪਾਸ ਵਾਲਾ ਰਸਤਾ ਉਂਝ ਤੇ ਛੋਟਾ ਹੈ ਪਰ ਬਣਿਆ ਵਧੀਆ ਹੋਇਆ ਹੈ, ਪਰ ਰਸਤੇ ਵਿੱਚ ਕੋਈ ਪੈਚ ਕਾਫੀ ਖਰਾਬ ਆਉਂਦਾ ਹੈ। ਕਾਫੀ ਆਫ ਰੋਡ ਦੇਖਣ ਨੂੰ ਮਿਲਦੀ ਹੈ। ਜ਼ਿਆਦਾਤਰ ਇੱਥੇ ਬਾਰਿਸ਼ ਦਾ ਪਾਣੀ ਸੜਕਾਂ ਤੇ ਹੀ ਤੁਰਿਆ ਫਿਰਦਾ ਹੈ, ਇਸ ਕਰਕੇ ਉੱਥੋਂ ਸੜਕ ਡਿਵੈਲਪ ਹੋ ਹੀ ਨਹੀਂ ਸਕਦੀ ਹੈ। ਸਾਡੇ ਵਾਸਤੇ ਇਹ ਰਸਤਾ ਬਿਲਕੁਲ ਹੀ ਨਵਾਂ ਸੀ। ਰਸਤਾ ਵੀ ਥੋੜ੍ਹਾ ਛੋਟਾ ਸੀ, ਥੋੜ੍ਹਾ ਖਤਰਨਾਕ ਵੀ ਸੀ। ਸ਼ਾਮ ਦਾ ਵੇਲਾ ਵੀ ਬਹੁਤ ਨੇੜੇ ਆ ਰਿਹਾ ਸੀ, ਪਰ ਸਾਡੇ ਦੋਵੇਂ ਬਾਈਕਰਸ ਦੇ ਹੌਸਲੇ ਬਿਲਕੁਲ ਬੁਲੰਦ ਸੀ। ਇਹ ਛੋਟਾ ਜਿਹਾ ਝਰਨਾ ਹਰ ਵੇਲੇ ਹੀ ਇਸ ਰੋਡ ਦੇ ਉੱਪਰ ਦੀ ਵਹਿੰਦਾ ਰਹਿੰਦਾ ਹੈ, ਜਿਸ ਦੇ ਕਰਕੇ ਇੱਥੇ ਕੋਈ ਵੀ ਸੜਕ ਨਹੀਂ ਬਣ ਸਕੀ। ਸਾਰਾ ਹੀ ਆਫ ਰੋਡ ਹੈ। ਛੋਟਾ ਜਿਹਾ ਪੈਚ ਹੈ, ਲੇਕਿਨ ਜਦੋਂ ਇੱਥੇ ਮੌਨਸੂਨ ਦੇ ਟਾਈਮ ਜ਼ਿਆਦਾ ਪਾਣੀ ਆ ਜਾਂਦਾ ਹੈ ਤਾਂ ਲੰਘਣ ਵਿੱਚ ਕਾਫੀ ਦਿੱਕਤ ਆ ਸਕਦੀ ਹੈ। ਇਸ ਪੁਆਇੰਟ ਤੋਂ ਜਲੋਰੀ ਪਾਸ ਦੀ ਟਰੈਕਿੰਗ ਸ਼ੁਰੂ ਹੁੰਦੀ ਹੈ, ਪਰ ਇਸ ਦੇ ਬਾਰੇ ਸਾਨੂੰ ਕੋਈ ਵੀ ਨੌਲੇਜ ਨਹੀਂ ਮਿਲ ਸਕੀ ਕਿ ਇਹਦੀ ਟਰੈਕਿੰਗ ਕਿੰਨੇ ਕਿਲੋਮੀਟਰ ਦੀ ਹੈ, ਕਿੱਥੋਂ ਸਟਾਰਟ ਹੁੰਦੀ ਹੈ, ਕਿਹੜਾ ਰਸਤਾ ਹੈ ਤੇ ਜਲੋਰੀ ਪਾਸ ਪਹੁੰਚਣ ਵਾਸਤੇ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਆਫ ਰੋਡ ਪੈਚ 'ਤੇ ਆ ਕੇ ਸਾਨੂੰ ਇੱਦਾਂ ਲੱਗਣ ਲੱਗ ਪਿਆ ਸੀ ਕਿ ਅਸੀਂ ਹੁਣ ਅੱਗੇ ਨਹੀਂ ਵੱਧ ਸਕਾਂਗੇ। ਫਾਰਵਰਡ ਜਾਣ ਵਾਸਤੇ ਸਾਡੀਆਂ ਬਾਈਕਸ ਲਗਾਤਾਰ ਸਟਰਗਲ ਕਰ ਰਹੀਆਂ ਸਨ। ਸਾਨੂੰ ਇੱਕ ਦੂਸਰੇ ਦੀ ਹੈਲਪ ਲੈਣੀ ਪੈ ਰਹੀ ਸੀ। ਇਹ ਚੜ੍ਹਾਈ ਇੱਕ ਤੇ ਬਹੁਤ ਹੀ ਜ਼ਿਆਦਾ ਸ਼ਾਰਪ ਸੀ ਤੇ ਦੂਜਾ ਆਫ ਰੋਡ ਹੋਣ ਦੇ ਕਰਕੇ ਸਾਡੀ ਬਾਈਕ ਇੱਕ ਥਾਂ 'ਤੇ ਬਿਲਕੁਲ ਹੀ ਅਟਕ ਗਈ ਸੀ। ਅਸੀਂ ਬਹੁਤ ਮੁਸ਼ਕਲ ਦੇ ਨਾਲ ਇੱਥੋਂ ਬਾਈਕ ਕੱਢੀ। ਇਹੋ ਜਿਹੇ ਮੁਸ਼ਕਲ ਭਰੇ ਹਾਲਾਤਾਂ ਦੇ ਵਿੱਚ ਬਾਈਕਰਸ ਦੀਆਂ ਸਕਿੱਲਸ ਬਹੁਤ ਹੀ ਜ਼ਿਆਦਾ ਕੰਮ ਆਉਂਦੀਆਂ ਨੇ। ਇਸ ਡਿਫਿਕਲਟ ਪੈਚ ਉੱਤੇ ਅਸੀਂ ਇਕੱਲੇ ਨਹੀਂ ਸੀ। ਇਹ ਲਾਗੇ ਖੜੀ ਕਾਰ ਦੇ ਵੀ ਬ੍ਰੇਕਸ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੇ ਸੀ। ਸ਼ਾਮ ਦਾ ਵੇਲਾ ਤੇ ਹਾਈ ਐਲਟੀਟਿਊਡ ਹੋਣ ਦੇ ਕਰਕੇ ਧੁੰਦ ਬਹੁਤ ਹੀ ਜ਼ਿਆਦਾ ਵੱਧ ਗਈ ਸੀ, ਜਿਸ ਨਾਲ ਵਿਜ਼ੀਬਿਲਟੀ ਬਹੁਤ ਘੱਟ ਗਈ ਸੀ ਤੇ ਸਾਨੂੰ ਬਾਈਕਸ ਦੀਆਂ ਹਜ਼ਾਰਡ ਲਾਈਟਸ ਔਨ ਕਰਨੀਆਂ ਪੈ ਗਈਆਂ। ਬਾਈਕ ਦੀ ਇੰਜਨ ਨੋਇਜ਼ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਈਕ ਫਾਰਵਰਡ ਜਾਣ ਵਾਸਤੇ ਕਿੰਨੀ ਜ਼ਿਆਦਾ ਸਟਰਗਲ ਕਰ ਰਹੀ ਸੀ। ਪਿਛਲੇ 2 ਕਿਲੋਮੀਟਰ ਤੋਂ ਸਾਡੀ ਬਾਈਕ ਫਸਟ ਗੇਅਰ ਵਿੱਚ ਹੀ ਅੱਗੇ ਵੱਲ ਵਧ ਰਹੀ ਸੀ।
ਮੰਜ਼ਿਲ ਦੇ ਮੁਕਾਮਾਂ 'ਤੇ ਪਹੁੰਚਣ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ ਤੇ ਇਸ ਮਿਹਨਤ ਦਾ ਫਲ ਸਾਨੂੰ ਆਸੇ-ਪਾਸੇ ਬਿਖਰੇ ਖੂਬਸੂਰਤ ਨਜ਼ਾਰਿਆਂ ਨੂੰ ਦੇਖ ਕੇ ਮਿਲ ਰਿਹਾ ਸੀ। ਬਾਈਕਸ ਦੇ ਇੰਜਨ ਕਾਫੀ ਗਰਮ ਹੋ ਗਏ ਸੀ, ਇਸ ਕਰਕੇ ਅਸੀਂ ਇੱਥੇ ਕੁਝ ਚਿਰ ਵਾਸਤੇ ਰੁਕ ਗਏ। ਅਸੀਂ ਇਸ ਬਿਊਟੀਫੁਲ ਸਿਨੈਰੀਓ ਨੂੰ ਕੈਪਚਰ ਕਰ ਰਹੇ ਸੀ ਤੇ ਹੁਣ ਸਾਡੀਆਂ ਬਾਈਕਸ ਦੇ ਇੰਜਨ ਵੀ ਕਾਫੀ ਕੂਲ ਡਾਊਨ ਹੋ ਚੁੱਕੇ ਸੀ। ਇਹੋ ਜਿਹੀਆਂ ਸਿੱਧੀਆਂ ਚੜ੍ਹਾਈਆਂ ਤੇ 4x4 ਗੱਡੀ ਲਿਆਉਣ ਦਾ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਹੈ। ਜਲੋਰੀ ਪਾਸ ਦੀ ਟੌਪ ਹਿੱਲ ਹੁਣ ਸਾਡੇ ਤੋਂ ਕੁਝ ਕੁ ਮੀਟਰ ਹੀ ਦੂਰ ਰਹਿ ਗਈ ਸੀ। ਅਸੀਂ ਜਲੋਰੀ ਪਾਸ ਦੇ ਬਹੁਤ ਨੇੜੇ ਪਹੁੰਚ ਚੁੱਕੇ ਸੀ। ਫਾਈਨਲੀ ਅਸੀਂ ਜਲੋਰੀ ਟੌਪ ਤੇ ਪਹੁੰਚ ਚੁੱਕੇ ਸੀ। ਸੜਕ ਤੰਗ ਹੋਣ ਦੇ ਕਰਕੇ ਇੱਥੇ ਥੋੜਾ ਟ੍ਰੈਫਿਕ ਜੈਮ ਵੀ ਦੇਖਣ ਨੂੰ ਮਿਲ ਰਿਹਾ ਸੀ। ਕਾਫੀ ਕਰਾਊਡ ਇੱਥੇ ਆਲਰੇਡੀ ਪਹੁੰਚਿਆ ਹੋਇਆ ਸੀ। ਹੁਣ ਅਸੀਂ ਟੌਪ ਹਿੱਲ ਦੇ ਦੂਜੇ ਪਾਸੇ ਪਹੁੰਚ ਗਏ ਸੀ। ਹੁਣ ਲਗਾਤਾਰ ਉਤਰਾਈ ਸ਼ੁਰੂ ਹੋ ਗਈ ਸੀ। ਜਲੋਰੀ ਪਾਸ ਤੋਂ ਜੀਬੀ ਤਕਰੀਬਨ 12 ਕਿਲੋਮੀਟਰ ਰਹਿ ਜਾਂਦਾ ਹੈ ਤੇ ਇਹ ਸਾਰਾ ਰਸਤਾ ਹੀ ਹੁਣ ਅਸੀਂ ਉਤਰਾਈ ਕਰਨੀ ਸੀ। ਇਹੋ ਜਿਹੀਆਂ ਤੇਜ਼ ਢਲਾਨਾਂ ਤੇ ਬਹੁਤ ਹੀ ਵਧੀਆ ਕਿਸਮ ਦੀਆਂ ਬ੍ਰੇਕਾਂ ਦੀ ਲੋੜ ਪੈਂਦੀ ਹੈ। ਡਿਸਕ ਬ੍ਰੇਕਾਂ ਵਾਲੀ ਬਾਈਕ ਹੋਵੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈ। ਵੀਡੀਓ ਵਿੱਚ ਭਾਵੇਂ ਨਾ ਲੱਗਦਾ ਹੋਵੇ ਪਰ ਅਸਲ ਵਿੱਚ ਇਹ ਢਲਾਨਾਂ ਬਹੁਤ ਹੀ ਜ਼ਿਆਦਾ ਸ਼ਾਰਪ ਸੀ। ਇਹ ਰਸਤਾ ਬਹੁਤ ਹੀ ਜ਼ਿਆਦਾ ਸੁਹਾਵਣਾ ਸੀ। ਇਹ ਸਾਰੀ ਵੈਲੀ ਨੂੰ ਬੰਜਾਰ ਵੈਲੀ ਵੀ ਕਿਹਾ ਜਾਂਦਾ ਹੈ। ਇਹ ਵੈਲੀ ਬਹੁਤ ਹੀ ਜ਼ਿਆਦਾ ਸੋਹਣੀ ਤੇ ਸੁਹਾਵਣੀ ਹੈ। ਲੋ ਲਾਈਟ ਕੰਡੀਸ਼ਨ ਹੋਣ ਕਰਕੇ ਅਸੀਂ ਜੀਬੀ ਵਿੱਚ ਜ਼ਿਆਦਾ ਕੁਝ ਸ਼ੂਟ ਨਹੀਂ ਕਰ ਸਕੇ। ਮਨੀਕਰਨ ਸਾਹਿਬ ਦਾ ਸਫ਼ਰ ਹਾਲੇ ਵੀ ਕਾਫੀ ਬਾਕੀ ਸੀ ਤੇ ਪਹਾੜੀ ਇਲਾਕਾ ਹੋਣ ਕਰਕੇ ਹਨੇਰਾ ਵੀ ਬਹੁਤ ਜਲਦੀ ਨਾਲ ਹੋ ਰਿਹਾ ਸੀ। ਸਾਨੂੰ ਅੱਗੇ ਵਧਣ ਦੀ ਵੀ ਬਹੁਤ ਜ਼ਿਆਦਾ ਕਾਹਲੀ ਸੀ। ਇਹ ਵੀ ਇੱਕ ਵਜ੍ਹਾ ਸੀ ਕਿ ਅਸੀਂ ਜੀਬੀ ਵਿੱਚ ਬਹੁਤ ਜ਼ਿਆਦਾ ਟਾਈਮ ਨਹੀਂ ਰੁਕੇ ਤੇ ਜੀਬੀ ਨੂੰ ਜ਼ਿਆਦਾ ਐਕਸਪਲੋਰ ਨਹੀਂ ਕੀਤਾ। ਇਸ ਰਿਵਰ ਦਾ ਨਾਂ ਤੀਰਥਨ ਰਿਵਰ ਹੈ। ਇਹ ਅੱਗੇ ਜਾ ਕੇ ਬਿਆਸ ਰਿਵਰ ਦੇ ਨਾਲ ਮਿਲ ਜਾਂਦੀ ਹੈ। ਸੜਕ ਦਾ ਕੰਸਟਰਕਸ਼ਨ ਹੋਣ ਦੇ ਕਰਕੇ ਅਸੀਂ ਅੱਗੇ ਜਾ ਕੇ ਕਾਫੀ ਸਮੇਂ ਵਾਸਤੇ ਟ੍ਰੈਫਿਕ ਜੈਮ ਵਿੱਚ ਫਸ ਗਏ ਸੀ। ਇਸ ਕਰਕੇ ਅਸੀਂ ਅੱਗੇ ਦਾ ਸ਼ੂਟ ਨਹੀਂ ਕਰ ਸਕੇ। ਰਾਤ ਦੇ ਤਕਰੀਬਨ 11 ਵਜੇ ਅਸੀਂ ਮਨੀਕਰਨ ਸਾਹਿਬ ਵਿੱਚ ਪਹੁੰਚ ਗਏ ਸੀ। ਅਗਲੇ ਵਲੌਗ ਵਿੱਚ ਅਸੀਂ ਮਨੀਕਰਨ ਸਾਹਿਬ ਨੂੰ ਤੇ ਨਾਲ ਲੱਗਦੀਆਂ ਸੋਹਣੀਆਂ ਥਾਵਾਂ ਨੂੰ ਐਕਸਪਲੋਰ ਕਰਾਂਗੇ। ਇਹ ਵਲੌਗ ਅਸੀਂ ਇੱਥੇ ਹੀ ਖਤਮ ਕਰਦੇ ਹਾਂ।